ਜੂਨ 1984 ਦੇ ਪਹਿਲੇ ਹਫ਼ਤੇ ਦੌਰਾਨ ਭਾਰਤੀ ਫੌਜ ਦੁਆਰਾ ਗੋਲਡਨ ਟੈਂਪਲ ਕੰਪਲੈਕਸ ਦੇ ਅੰਦਰ ਜੋ ਖਾੜਕੂ ਸਨ ਉਹਨਾਂ ਨੂੰ ਕੰਪਲੈਕਸ ਦੇ ਵਿੱਚੋਂ ਬਾਹਰ ਕੱਢਣ ਦੀ ਕਾਰਵਾਈ ਨੂੰ ਅਸੀਂ ਆਪਰੇਸ਼ਨ ਬਲੂ ਸਟਾਰ ਕਹਿੰਦੇ ਹਾਂ। ਆਪਰੇਸ਼ਨ ਬਲੂ ਸਟਾਰ ਇੱਕ ਫੌਜ ਵੱਲੋਂ ਦਿੱਤਾ ਗਿਆ ਕੋਡ ਹੈ, ਜਦੋਂ ਕਿ ਜਿਹੜੀ ਸਿੱਖ ਕੌਮ ਹੈ ਉਹ ਇਹਨੂੰ ਇੱਕ ਘੱਲੂਘਾਰੇ ਦਾ ਨਾਮ ਦਿੰਦੀ ਹੈ। ਆਪਰੇਸ਼ਨ ਬਲੂ ਸਟਾਰ ਜਾਂ ਘੱਲੂਘਾਰਾ ਇਹਨੂੰ ਅਲੱਗ ਐਂਗਲਸ ਤੋਂ ਦੇਖਿਆ ਜਾਂਦਾ ਹੈ। ਸਮਾਜ ਦੇ ਵਿੱਚ, ਇਸ ਦੁਨੀਆ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਬਾਰੇ ਅਲੱਗ ਤਰ੍ਹਾਂ ਦੀਆਂ ਓਪੀਨੀਅਨਸ ਨੇ, ਰਾਏ ਨੇ। ਸਮਾਜ ਦਾ ਇੱਕ ਖਿੱਤਾ ਇਸ ਨੂੰ ਬਹੁਤ ਵੱਡਾ ਜ਼ੁਲਮ ਸਮਝਦਾ ਹੈ, ਆਪਣੇ ਧਰਮ ਦੇ ਉੱਤੇ ਅਟੈਕ ਸਮਝਦਾ ਹੈ। ਸਮਾਜ ਦਾ ਇੱਕ ਦੂਜਾ ਹਿੱਸਾ ਜਿਹੜਾ ਕਿ ਆਪਾਂ ਪੰਜਾਬ ਦੀ ਹਿੰਦੂ ਕਮਿਊਨਿਟੀ ਕਹਿ ਲਈਏ ਜਾਂ ਪੰਜਾਬ ਤੋਂ ਬਾਹਰ ਜੋ ਸਾਰੀਆਂ ਕਮਿਊਨਿਟੀਜ਼ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਇਹ ਇੰਪ੍ਰੈਸ਼ਨ ਹੈ ਕਿ ਇਹ ਆਪਰੇਸ਼ਨ ਬਲੂ ਸਟਾਰ ਖਾੜਕੂਆਂ ਨੂੰ ਗੋਲਡਨ ਟੈਂਪਲ ਕੰਪਲੈਕਸ ਦੇ ਵਿੱਚੋਂ ਕੱਢਣ ਲਈ ਇੱਕ ਬੜੀ ਜ਼ਰੂਰੀ ਕਾਰਵਾਈ ਸੀ, ਤੇ ਉਹ ਇਹ ਸਾਰੇ ਮੰਨ ਕੇ ਚੱਲਦੇ ਹਨ ਕਿ ਹਿੰਦੂ ਕਮਿਊਨਿਟੀ ਦੇ ਕਤਲ ਕਰਨ ਦੇ ਲਈ ਤੇ ਹਿੰਦੂ ਕਮਿਊਨਿਟੀ ਦੇ ਲਈ ਜੋ ਖਾੜਕੂ ਗੋਲਡਨ ਟੈਂਪਲ ਕੰਪਲੈਕਸ ਦੇ ਵਿੱਚ ਲੁਕੇ ਹੋਏ ਸਨ, ਉਹ ਇੱਕ ਬਹੁਤ ਵੱਡੀ ਸਮੱਸਿਆ ਤੇ ਖਤਰਾ ਬਣ ਚੁੱਕੇ ਸਨ। ਇਸ ਆਪਰੇਸ਼ਨ ਬਾਰੇ ਇਸ ਦੁਨੀਆ ਦੇ ਵਿੱਚ ਅਲੱਗ ਪਰਸੈਪਸ਼ਨ ਹੈ ਤੇ ਰਾਏ ਹੈ। ਪੁਲਿਸ ਦੇ ਪੱਧਰ ਦੇ ਉੱਤੇ ਇਹਦੇ ਬਾਰੇ ਹੋਰ ਰਾਏ ਹੈ, ਫੌਜ ਦੇ ਪੱਧਰ ਦੇ ਉੱਤੇ ਹੋਰ ਰਾਏ ਹੈ, ਪੋਲੀਟੀਕਲ ਸਰਕਲਸ ਦੇ ਵਿੱਚ ਇਹਦੇ ਬਾਰੇ ਹੋਰ ਰਾਏ ਹੈ। ਅਲੱਗ ਪੋਲੀਟੀਕਲ ਪਾਰਟੀਜ਼ ਦੀ ਆਪਣੀ ਇਹਦੇ ਬਾਰੇ ਓਪੀਨੀਅਨ ਹੈ। ਔਰ ਇਸੇ ਤਰ੍ਹਾਂ ਇਹ ਇੱਕ ਇਸ ਤਰ੍ਹਾਂ ਦਾ ਆਪਰੇਸ਼ਨ ਸੀਗਾ ਜਿਸ ਆਪਰੇਸ਼ਨ ਤੋਂ ਇਸ ਸੰਸਾਰ ਦਾ ਕੋਈ ਵੀ ਐਕਟਿਵ ਸੈਗਮੈਂਟ ਆਫ ਸੋਸਾਇਟੀ ਸੀ ਜਿਹੜਾ ਉਹ ਅਛੂਤਾ ਨਹੀਂ ਰਿਹਾ। ਸਾਰੇ ਸੰਸਾਰ ਨੂੰ ਇਸ ਜਿਹੜਾ ਈਵੈਂਟ ਨੇ ਅਫੈਕਟ ਕੀਤਾ ਹੈ। ਗੋਲਡਨ ਟੈਂਪਲ ਕੰਪਲੈਕਸ ਦੇ ਵਿੱਚ ਦੋ ਬਹੁਤ ਹੀ ਇੰਪੋਰਟੈਂਟ ਬਿਲਡਿੰਗਸ ਨੇ। ਇੱਕ ਨੂੰ ਅਸੀਂ ਹਰਿਮੰਦਰ ਸਾਹਿਬ ਕਹਿੰਦੇ ਹਾਂ, ਜੋ ਕਿ ਅਧਿਆਤਮਿਕ ਅਥਾਰਟੀ ਦਾ ਸੋਰਸ ਹੈ ਜਾਂ ਸਰੋਤ ਹੈ। ਇਸੇ ਤਰ੍ਹਾਂ ਸਾਡੇ ਕੋਲੇ ਅਕਾਲ ਤਖਤ ਸਾਹਿਬ ਹੈ, ਜਿਹਨੂੰ ਪੋਲੀਟੀਕਲ ਅਥਾਰਟੀ ਦਾ ਸੋਮਾ ਜਾਂ ਸੋਰਸ ਮੰਨਿਆ ਜਾਂਦਾ ਹੈ। ਹੁਣ ਅਸੀਂ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਦੀ ਗੱਲ ਕਰਾਂਗੇ। ਹਰਿਮੰਦਰ ਸਾਹਿਬ ਦੀ ਇਹ ਮੰਨਿਆ ਜਾਂਦਾ ਹੈ ਕਿ ਨੀਂਹ ਜਿਹੜੀ ਹੈ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਮੀਆਂ ਮੀਰ ਜੀ ਤੋਂ ਰਖਾਈ ਸੀ, ਜੋ ਕਿ ਕਾਦਰੀ ਸੈਕਟ ਨੂੰ ਬਿਲੋਂਗ ਕਰਦੇ ਸਨ। ਸ਼੍ਰੀ ਮੀਆਂ ਮੀਰ ਜੀ ਜਿਹੜੇ ਸੀਗੇ ਇਹ ਇੱਕ ਸੂਫੀ ਮੱਤ ਦੇ ਸੂਫੀ ਸੰਤ ਸੀਗੇ, ਔਰ ਇਹ ਗੁਰੂ ਅਰਜਨ ਦੇਵ ਜੀ ਦੇ ਨਾਲ ਇਹਨਾਂ ਦੇ ਕਾਫੀ ਅੱਛੇ ਸੰਬੰਧ ਸੀਗੇ। ਇਸ ਤੋਂ ਉਪਰੰਤ ਹਰਿਮੰਦਰ ਸਾਹਿਬ ਜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਿਤ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਦੁਆਰਾ। ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਭਾਈ ਗੁਰਦਾਸ ਜੀ ਤੋਂ ਕਰਵਾਈ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਰਿਮੰਦਰ ਸਾਹਿਬ ਦੇ ਵਿੱਚ ਸਥਾਪਨਾ ਹੋਣ ਦੇ ਕਰਕੇ ਹਰਿਮੰਦਰ ਸਾਹਿਬ ਇੱਕ ਅਧਿਆਤਮਕ ਸ਼ਕਤੀ ਦਾ ਬਹੁਤ ਵੱਡਾ ਸਰੋਤ ਬਣ ਗਿਆ। ਇੱਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਹਰਿਮੰਦਰ ਸਾਹਿਬ ਦੀ ਜੋ ਸਵੀਕ੍ਰਿਤੀ ਹੈ ਜਾਂ ਐਕਸੈਪਟੈਂਸ ਹੈ, ਇਹ ਅਕ੍ਰੋਸ ਦ ਕਮਿਊਨਿਟੀਜ਼ ਹੈ। ਇਹਨੂੰ ਸਾਰੀਆਂ ਕੌਮਾਂ, ਮੁਸਲਮਾਨ, ਹਿੰਦੂ, ਸਿੱਖ ਜਾਂ ਸਮਾਜ ਦੇ ਸਾਰੇ ਹਿੱਸੇ ਇਹਨੂੰ ਇੱਜ਼ਤ ਦੇ ਨਾਲ ਜਾਂ ਇਹਨੂੰ ਸਤਿਕਾਰ ਨਾਲ ਦੇਖਦੇ ਹੈ, ਤੇ ਇਹਦੇ ਤੋਂ ਕਾਫੀ ਕੁਝ ਸਿੱਖਦੇ ਵੀ ਹਨ। ਤੋ ਹਰਿਮੰਦਰ ਸਾਹਿਬ ਜਿਹੜਾ ਹੈ ਇਹਦੀ ਸਾਰੀ ਮਨੁੱਖਤਾ ਦੇ ਲਈ ਇੱਕ ਬਹੁਤ ਵੱਡੀ ਰੈਲੇਵੈਂਸ ਹੈ। ਹਰਿਮੰਦਰ ਸਾਹਿਬ ਦੀ ਸਮੇਂ ਸਿਰ ਬੇਹੁਰਮਤੀ ਹੁੰਦੀ ਰਹੀ ਹੈ। ਚੌਧਰੀ ਮੱਸਾ ਰੰਗੜ ਨੇ 1740 ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਉਹਨਾਂ ਨੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਜਾਂਦਾ ਹੈ ਉਸ ਥਾਂ ਦੇ ਉੱਤੇ ਉਹ ਆਪ ਸ਼ਰਾਬ ਪੀਂਦੇ ਸੀ ਜਾਂ ਹੁੱਕਾ ਪੀਂਦੇ ਸੀ, ਤੇ ਨਾਲ ਉਹ ਕੰਜਰੀਆਂ ਦਾ ਨਾਚ ਵੀ ਨਚਾਉਂਦੇ ਸੀ। ਜਦੋਂ ਸਿੱਖ ਕਮਿਊਨਿਟੀ ਨੂੰ, ਜੋ ਕਿ ਉਸ ਵੇਲੇ ਜੰਗਲਾਂ ਦੇ ਵਿੱਚ ਸੀ, ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਹਰਿਮੰਦਰ ਸਾਹਿਬ ਦੀ ਬੇਅਦਬੀ ਮੱਸਾ ਰੰਗੜ ਕਰ ਰਿਹਾ ਹੈ, ਤਾਂ ਉਹਨਾਂ ਨੇ ਦੋ ਸਿੱਖ ਪਰਸਨੈਲਿਟੀਜ਼ ਦੀ ਡਿਊਟੀ ਲਗਾਈ ਕਿ ਇਹਨੂੰ ਸਬਕ ਸਿਖਾਇਆ ਜਾਵੇ। ਇਹ ਦੋ ਸਿੱਖ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਸਨ, ਜਿਨ੍ਹਾਂ ਨੇ ਆ ਕੇ ਮੱਸਾ ਰੰਗੜ ਦਾ ਕਤਲ ਕੀਤਾ, ਅਤੇ ਕਤਲ ਕਰਨ ਉਪਰੰਤ ਉਹਦਾ ਜਿਹੜਾ ਸਿਰ ਸੀਗਾ ਉਹ ਇੱਕ ਨੇਜੇ ਉੱਤੇ ਟੰਗ ਕੇ ਵਾਪਸ ਲੈ ਗਏ।
तो ये तो सानू पता लगता है कि सारी सिख कौम है जिहड़ी हरमंदर साहब बारे बहुत ज़्यादा सेंसिटिव सी। इसी तरह साडे कोले एक अफगानिस्तान का हीरो ते हिंदुस्तान का विलन अहमद शाह अब्दाली होया। अहमद शाह अब्दाली ने हिंदुस्तान के उत्ते कई हमले किए और इत्थे मैं ये भी दस दियां कि 1761 दे विच मराठियां नूं अहमद शाह अब्दाली ने हरा के ते मुगलों नूं अहमद शाह अब्दाली ने पंजाब दे विच खत्म करके सिख राज दी स्थापना दा रस्ता खोलिया सी। पर यह सारा रस्ता उन्हें कोई पॉजिटिव सेंस नाल नहीं सी खोलिया। वो तो सिखां नूं खत्म करना चाहुंदा सी, लुटना चाहुंदा सी ते अपना राज एस्टैबलिश करना चाहुंदा सी। इसे हमलियां दे दौरान अहमद शाह अब्दाली ने 1762 दे विच हरमंदर साहब सीगे जिहड़े इहनूं ढवाता ते जदों ये हरमंदर साहब नूं ढवा रहे सी उस वेले एक इट इन्हां दे सिर दे विच जाके लगी। कुछ बंदियां दा यह मनना है कि इट लगन करके जो जख्म होया उसे जख्म करके अहमद शाह अब्दाली दी काफ़ी सालां दे बाद मौत हो गई। हरमंदर साहब मनुखता दी लई एक अध्यात्मिक स्रोत दे तौर ते काम कर रहा सी ते इस दुनिया दे विच अजकल अंतरराष्ट्रीय पद्धर दे उत्ते सब तो महान राजे मन्ने जाण वाले महाराजा रणजीत सिंह ने 1809 दे विच हरमंदर साहब ते कॉपर चढ़ाया। बाद दे विच 1830 दे विच इहदे ते जिहड़ा गोल्ड फॉइल सीगा या गोल्ड दी सोने दी परत चढ़ाई। इस तरह हरमंदर साहब की जो तस्वीर है इस वेले तुहाडे सामने है ये 1833 दी है। हुण आपां थोड़ा जिहा अकाल तख्त साहब की गल करिए। हरमंदर साहब नूं श्री गुरु अर्जन देव जी ने स्पिरिचुअल अथॉरिटी के तौर के उत्ते एस्टैबलिश करता और श्री गुरु हरगोबिंद जी ने 1604 दे विच अकाल तख्त साहब की स्थापना करके अकाल तख्त साहब नूं एक टैंपरल अथॉरिटी या दुनियावी समस्यावां की अथॉरिटी के तौर के उत्ते या आपां ये कह लीए कि सिख कम्यूनिटी दे विच दुनियावी समस्यावां दे विच खुद मुख्तारी या पोलीटिकल खुद मुख्तियारी का जिहड़ा कॉन्सैप्ट सीगा वो उन्होंने स्टार्ट किया। पोलीटिकल खुद मुख्तियारी इहदा एक हिस्सा है। बेसिकली एक बड़ी ब्रॉडर टर्म है। वर्ल्डली प्रॉब्लम्स की हो सकती हैं, टैंपरल प्रॉब्लम्स या टैंपरल इश्यूज नूं इहदे च सोशल इशूज आ जाते हैं, साडे समाजिक जो मसले ने वो आ जाते हैं, राजनीतिक मसले आ जाते हैं या किसी नूं इंसाफ देना, जस्टिस डिलीवर करना, ये सारे मसलियां दे लई अकाल तख्त साहब का निर्माण किया गया सी। और अकाल तख्त साहब एक सारी दुनियावी समस्यावां दा एक हिंदुस्तान या पंजाब वालों या इंडियन सब कॉन्टीनेंट वालों जो सल्यूशन प्रोवाइड किया जाता सी वो रिप्रजेंट करता सी। जो उस वेले दा मुगल सिस्टम ऑफ जस्टिस सीगा वो शरीयत बेस्ड ते शरीयत दे नाल जो मंगोल सिस्टम ऑफ जस्टिस सी वो रिप्रजेंट करता सी। तो अकाल तख्त साहब है जिहड़ा इहदी जिहड़ी रेलेवेंस है वो एक इंडियन सिस्टम ऑफ जस्टिस या इंडियन सिस्टम ऑफ डीलिंग टैंपरल प्रॉब्लम्स वो इनू डील करता है। ਇਹਦਾ एक बड़ा वड्डा सिग्निफिकेंस है। आपां भावना दे विच आके इनू बहुत ज़्यादा छोटा कर जाते हैं। अकाल तख्त साहब जो कि ढवाया गया सी अहमद शाह अब्दाली द्वारा है, गोल्डन टैंपल कॉम्पलैक्स का भी नुकसान उन्होंने द्वारा किया गया सी। ये सारी जिहड़ा इन्हों रीबिल्ड का जिहड़ा काम सीगा जस्सा सिंह आहलूवालिया जी ने किया। इन्हों सुल्तान उल कौम कहा जाता है और इन्होंने दिल्ली के उत्ते भी कुछ समा कब्जा करके रखा। इस तो उपरंत जो अकाल तख्त साहब के उत्ते सोना चढ़ाउण दा काम सीगा वो हरी सिंह नलवा जी ने किया। हरी सिंह नलवा जी एक ओहो योद्धा ने जिन्हां ने 650 साल बाद पेशावर दे उत्ते दोबारा कब्जा किया। हिंदुस्तानियों का पेशावर दे उत्ते उन्हां समयां दे विच एक पाल डायनेस्टी हुंदी सी, उन्हां तो लगभग 1000 AD दे कोले महमूद गजनी ने खोलिया सी ते उस तो लगभग तुसी लगा लो कि 600-700 साल बाद उही पेशावर जिहड़ा सीगा दोबारा हरी सिंह नलवा जी दियां कोशिशां या उन्हां दी बहादरी दे करके
किसी हिंदुस्तानी दे अधीन होया है। तो एक बड़े महान योद्धा सीगे। उस महान योद्धा दे होण दे नाल नाल इन्हां ने अकाल तख्त साहब दे उत्ते सोना मढ़वाउण दा काम भी कीता है। जून 1984 दे विच तथा कथित या समझे जाण वाले खाड़कू जिन्हां दा कि इस तरह प्रोजेक्शन किया जाता सी या असलीयत सी कि वह हिंदुआं दे हत्यारे हन, हिंदू कौम दे लिए बहुत वड्डा खतरा हन, इस करके उन्हां नूं अकाल तख्त साहब तो या गोल्डन टैंपल कॉम्पलैक्स तो बाहर कढ़ना बहुत जरूरी है। इस गल नूं भी फिर वड्डे पद्धर दे उत्ते वेख्या गया कि यह हिंदुस्तान की यूनिटी ते इंटैग्रिटी दे लिए खतरा ने, ये हिंदू कम्यूनिटी दे लिए खतरा ने, ये मानवता दे लिए खतरा ने। इस तरह के जो सारे प्रोजेक्शन सी या परसैप्शन सी इन्हां दे अधीन आके उस समय की सारी पोलिटिकल क्लास ने एक मत होके ते उस सारे पोलिटिकल क्लास नूं लीड करने वाले उस वेले दे प्रधानमंत्री श्रीमती इंदिरा गांधी जी सन। श्रीमती इंदिरा गांधी जी ने जून 1984 दे विच फौज नूं आदेश दे के पंजाब दे विच भेजिया तां जो गोल्डन टैंपल कॉम्पलैक्स दे विचों खाड़कुआं नूं बाहर कढ़िया जा सके। ये सारी कार्रवाई बड़ी दुखदाई कार्रवाई सी। पहली बार होया कि देश की फौज किसी धार्मिक स्थान ते हमला करती है। लगभग 200-250 दे कोल जो उत्थे खाड़कू हन उन्हां नूं उस धार्मिक स्थान तो बाहर कढ़न दे लई ते एक बहुत वड्डी पोलिटिकल फेलियर भी है। पोलिटिकल क्लास की एक बहुत वड्डी फेलियर है कि वह एक ऐसी समस्या का हल नहीं प्रोवाइड कर पाए जिहड़ी कि हल हो सकती सी। तो लो हुण जदों फिर ऑपरेशन ब्लू स्टार होया, मिलीटेंट्स नूं लीड करने वाले सुबेग सिंह सन ते KS बराड़ इंडियन फौज दे ऑपरेशनस नूं लीड करने वाले सन। जिहड़े सुबेग सिंह सन यह जदों बांग्लादेश की फॉर्मेशन हुई है तो इन्होंने बांग्लादेश की फॉर्मेशन तो पहला मुक्ति वाहिनी बनाई सी ते उन्हां दे जिहड़े टैरोरिस्ट सीगे उन्हां नूं ये ट्रेंड करते सी। तो एक बड़े कैपेबल आर्मी ऑफिसर सी पर किसी कारणवश इन्हां दे उत्ते कोई गलत इल्जाम लग गए सी ते ਉਹ गलत इल्जामां तो इन्हां ਦੀਆਂ ਜਿਹੜੀਆਂ ਪਰਸਨਲ ਗ੍ਰੀਵੈਂਸਸ ਸੀਗੀਆਂ ਉਹ ਪਰਸਨਲ ਗ੍ਰੀਵੈਂਸਸ ਤੋਂ ਫਿਰ ਇਹ ਮੂਵ ਹੁੰਦੇ ਹੁੰਦੇ ਜਿਹੜੇ ਸੀਗੇ ਉਹ ਮਿਲੀਟੈਂਟਸ ਦੇ ਜਿਹੜੇ ਕੈਂਪ ਦੇ ਵਿੱਚ ਆ ਗਏ ਤੇ ਉਹਨਾਂ ਦੀ ਪ੍ਰੈਪਰੇਸ਼ਨ ਦੇ ਵਿੱਚ ਇਹਨਾਂ ਨੇ ਇੱਕ ਬਹੁਤ ਵੱਡਾ ਰੋਲ ਪਲੇ ਕੀਤਾ। ਇਸ ਤੋਂ ਉਪਰੰਤ ਸਾਡੇ ਕੋਲੇ ਕੁਝ ਪੋਲੀਟੀਕਲ ਪਰਸਨੈਲਿਟੀਜ਼ ਨੇ ਉਸ ਵੇਲੇ ਦੀਆਂ, इन्हां बारे डिटेल्स तो मैं इस लैक्चर च नहीं देंगा, डिस्कशन जरूर करांगा। सरदार प्रकाश सिंह बादल, रामो वालिया जी, बरनाला साहब, उस तो उपरंत टौड़ा साहब, लौंगोवाल जी, ये मुख अकाली परसनैलिटी सन। उस वेले पंजाब के गवर्नर भैरवदत्त पांडे सन, हिंदुस्तान के होम मिनिस्टर PV नरसिम्हा राव सन, प्रेजिडेंट ज्ञानी जैल सिंह सन ते खाड़कुआं वालों लड़ाई करने वालियां दे विच संत जरनैल सिंह पिंडरांवाले आप सन, भाई अमरीक सिंह सन, एक फौजा सिंह सन। फौजा सिंह वो इंसान सन जिन्हां दा कतल जिहड़ा सीगा या जिन्हां दी हत्या सीगी जिहड़ी निरंकारी कांड 1978 वेले हुई सी। और निरंकारी कांड की जदों असीं गल कर रहे हैं, निरंकारी अमृतसर दे विच एक सम्मेलन करना चाहते सन। उस वेले निरंकारियां दे मुखी बाबा गुरबचन सिंह सन ते सिख कम्यूनिटी उस सम्मेलन दे हक दे विच नहीं सी, इस करके आपस दे विच कन्फ्लिक्ट क्रिएट हो गया, गोलीबारी हो गई। उस गोलीबारी दे विच फौजा सिंह जी मारे गए ते ये मन्निया जांदा है कि 1978 का यह इंसीडेंट है जिहड़ा ਉਹ पंजाब समस्या की एक शुरुआत है जिहड़ी कि खत्म होंदी है ऑपरेशन ब्लू स्टार दे विच जाके। हुण उस तो उपरंत कुछ स्पैसिफिक किलिंग्स ने जो इस समय च मर्डर्स होए ने, जिस तरह लाला जगत नारायण जी सन जो कि पंजाब केसरी ग्रुप या जगबाणी ग्रुप के उस वेले चीफ सन और यह अपनी अखबार दे विच आर्टिकल्स लिखते सन जिन्हां दे उत्ते कि खाड़कू जथेबंदियां नूं आम तौर दे उत्ते एतराज़ हुंदा सी। तो ये
ਜਿਹੜੇ ਤਲਖੀਆਂ ਇੱਥੋਂ ਤੱਕ ਵੱਧ ਗਈਆਂ ਕਿ ਲਾਲਾ ਜਗਤ ਨਾਰਾਇਣ ਜੀ ਦਾ ਕਤਲ ਹੋ ਗਿਆ। ਇਸ ਤੋਂ ਬਾਅਦ ਲਾਲਾ ਜਗਤ ਨਾਰਾਇਣ ਜੀ ਦੇ ਸਪੁੱਤਰ ਰਮੇਸ਼ ਚੰਦਰ ਜੀ ਦਾ ਵੀ ਕਤਲ ਹੋਇਆ। ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਦਰਬਾਰਾ ਸਿੰਘ ਸਨ। ਦਰਬਾਰਾ ਸਿੰਘ ਜੋ ਸੀਗੇ ਉਹ ਸਟ੍ਰਿਕਟ ਪੁਲਿਸ ਐਕਸ਼ਨ ਜਿਹੜੇ ਸੀਗੇ ਉਹ ਰਿਕਮੈਂਡ ਕਰਦੇ ਸਨ। ਉਹਨਾਂ ਦੇ ਮਨ 'ਚ ਇਹ ਸੀਗਾ ਕਿ ਖਾੜਕੂਆਂ ਦੇ ਖਿਲਾਫ ਸਾਨੂੰ ਇੱਕ ਜਿਹੜੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਉਸ ਵੇਲੇ ਕਾਂਗਰਸ ਦੇ ਚੀਫ ਮਿਨਿਸਟਰ ਸਨ। ਇਹਨਾਂ ਦੇ ਵਿਚਕਾਰ ਤੇ ਉਸ ਵੇਲੇ ਦੇ ਜਿਹੜੇ ਹੋਮ ਮਿਨਿਸਟਰ ਤੇ ਬਾਅਦ ਦੇ ਵਿੱਚ ਜੋ ਰਾਸ਼ਟਰਪਤੀ ਬਣੇ ਗਿਆਨੀ ਜੈਲ ਸਿੰਘ ਦੇ ਵਿਚਕਾਰ ਕਨਫਲਿਕਟ ਆਫ ਇੰਟਰਸਟ ਸੀਗਾ। ਉਹਨੇ ਵੀ ਖਾੜਕੂਵਾਦ ਜਾਂ ਪੰਜਾਬ ਪ੍ਰੋਬਲਮ ਦੇ ਵਿੱਚ ਕਾਫੀ ਜ਼ਿਆਦਾ ਕੰਟਰੀਬਿਊਟ ਕੀਤਾ। ਇੱਕ ਉਸ ਵੇਲੇ ਦਾ ਕੁਛ ਮੀਡੀਆ ਸੀਗਾ, ਮੀਡੀਆ ਦੀ ਵੀ ਕੋਈ ਇੰਨੀ ਜ਼ਿਆਦਾ ਪੋਜ਼ਿਟਿਵ ਕੰਟਰੀਬਿਊਸ਼ਨ ਨਹੀਂ ਸੀ। ਇਹਨਾਂ ਤੋਂ ਬਿਨਾਂ ਦੋ ਹੋਰ ਬੜੀਆਂ ਮੁੱਖ ਹੱਤਿਆਵਾਂ ਉਹਨਾਂ ਸਮਿਆਂ ਦੇ ਵਿੱਚ ਹੋਈਆਂ ਨੇ। ਇੱਕ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਦੇ ਪ੍ਰੋਫੈਸਰ ਸਨ, ਉਹਨਾਂ ਦਾ ਵੀ ਖਾੜਕੂਆਂ ਦੇ ਨਾਲ ਕੋਈ ਡਿਫਰੈਂਸ ਆਫ ਓਪੀਨੀਅਨ ਹੋਣ ਕਰਕੇ ਉਹਨਾਂ ਦੀ ਜਿਹੜੀ ਹੱਤਿਆ ਹੋਈ। ਤੇ ਉਸ ਤੋਂ ਬਾਅਦ ਫਿਰ ਸਾਡੇ ਕੋਲੇ ਇੱਕ ਬੱਸਾਂ ਦੇ ਵਿੱਚੋਂ ਵੀ ਕੱਢ ਕੇ ਆਮ ਤੌਰ ਦੇ ਉੱਤੇ ਇੱਕ ਖਾਸ ਕਮਿਊਨਿਟੀ ਦੇ ਜਿਹੜੇ ਖਾਸ ਵਰਗ ਦੇ ਜਿਹੜੇ ਬੰਦਿਆਂ ਦੇ ਕਤਲ ਕੀਤੇ ਜਾਂਦੇ ਸਨ। ਉਹਨਾਂ ਦੇ ਵੇਲੇ ਇੱਕ ਮੋਗਾ ਕਾਂਡ ਵੀ ਹੋਇਆ, ਜਿਸ ਮੋਗਾ ਕਾਂਡ ਦੇ ਵਿੱਚ ਇੱਕ ਨਿਹੰਗ ਸਿੰਘ ਨੇ ਜਿਹੜੇ ਅੱਤਵਾਦੀ ਬੱਸਾਂ ਦੇ ਵਿੱਚੋਂ ਕੱਢ ਕੇ ਜਾਂ ਮਿਲੀਟੈਂਟਸ ਖਾੜਕੂ ਜਾਂ ਕੋਈ ਹੋਰ ਅਨਆਇਡੈਂਟੀਫਾਈਡ ਬੰਦੇ ਜੋ ਕਿ ਬੱਸਾਂ ਦੇ ਵਿੱਚੋਂ ਕੱਢ ਕੇ ਇੱਕ ਖਾਸ ਵਰਗ ਦੇ ਬੰਦਿਆਂ ਦਾ ਕਤਲ ਕਰਦੇ ਸਨ, ਉਹਨਾਂ ਨੂੰ ਨਿਹੰਗ ਸਿੰਘਾਂ ਨੇ ਰੋਕਿਆ ਸੀ। ਇਸ ਤਰ੍ਹਾਂ ਦਾ ਇੱਕ ਕਾਫੀ ਇੱਕ ਕੰਪਲਿਕੇਟਡ ਸਮੱਸਿਆ ਬਣਦੀ ਗਈ। ਔਰ ਵਿੱਚ ਇਹਦੇ ਵਿੱਚ ਇੱਕ ਇਹ ਵੀ ਸਮੱਸਿਆ ਆਈ ਸੀ ਕਿ ਗੁਰਦੁਆਰਿਆਂ ਦੇ ਵਿੱਚ ਬੀੜੀਆਂ ਜਾਂ ਨਸ਼ੀਲੀਆਂ ਵਸਤੂਆਂ ਮਿਲਦੀਆਂ ਸੀਗੀਆਂ, ਸ਼ਰਾਰਤੀ ਅਨਸਰ ਉੱਥੇ ਛੱਡ ਜਾਂਦੇ ਸਨ। ਮੰਦਰਾਂ ਦੇ ਵਿੱਚ ਗਊਆਂ ਦੀਆਂ ਪੂਛਾਂ ਮਿਲਦੀਆਂ ਸਨ। ਇਹ ਸਾਰੇ ਜੋ ਉਸ ਵੇਲੇ ਦੇ ਸ਼ਰਾਰਤੀ ਅਨਸਰ ਸੀ, ਇਹਨਾਂ ਨੇ ਇਸ ਤਰ੍ਹਾਂ ਦੀਆਂ ਐਕਟੀਵਿਟੀਜ਼ ਕੀਤੀਆਂ ਜਿਹਦੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਬੜਾ ਮਤਲਬ ਕਿ ਕੌਨਫਲਿਕਟ ਵਾਲਾ, ਵੈਰ ਵਿਰੋਧ ਵਾਲਾ ਜਿਹੜਾ ਮਾਹੌਲ ਸੀਗਾ ਉਹ ਪੈਦਾ ਹੋਣ ਲੱਗ ਗਿਆ। ਇੱਕ ਖਿੱਤਾ ਪੰਜਾਬ ਦਾ ਇਹੋ ਜਿਹਾ ਸੀ ਜੋ ਮਿਲੀਟੈਂਟਸ ਦੇ ਨਾਲ 100% ਸੀ। ਦੂਜਾ ਖਿੱਤਾ ਪੰਜਾਬ ਦਾ ਇਹੋ ਜਿਹਾ ਸੀ ਜੋ ਉਹਨਾਂ ਦੇ ਬਹੁਤ ਜ਼ਿਆਦਾ ਖਿਲਾਫ ਸੀ। ਔਰ ਜੋ ਪੰਜਾਬ ਤੋਂ ਬਾਹਰ ਜੋ ਸਾਰੇ ਹਿੰਦੁਸਤਾਨ ਦੇ ਵਿੱਚ ਖਾੜਕੂਆਂ ਨੂੰ ਕਾਤਲਾਂ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਸੀ ਤੇ ਇਹ ਸਮਝਿਆ ਜਾਂਦਾ ਸੀ ਕਿ ਖਾੜਕੂਆਂ ਦੇ ਖਿਲਾਫ ਜਲਦੀ ਤੋਂ ਜਲਦੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਵਿੱਚ ਆਮ ਵਰਗੇ ਹਾਲਾਤ ਪੈਦਾ ਕੀਤੇ ਜਾ ਸਕਣ। ਇਹ ਸਾਰੀ ਬੈਕਗਰਾਉਂਡ ਦੇ ਵਿੱਚ ਜੋ ਸੀਗਾ ਆਪਰੇਸ਼ਨ ਬਲੂ ਸਟਾਰ ਹੋਇਆ। ਆਪਰੇਸ਼ਨ ਬਲੂ ਸਟਾਰ ਦੇ ਵਿੱਚ ਸਾਡੇ ਕੋਲੇ ਸਾਰੀ ਪੋਲੀਟੀਕਲ ਕਲਾਸਿਸ ਦੇ ਬੰਦੇ ਸ਼ਾਮਿਲ ਸਨ। ਡਾਕੂਮੈਂਟਸ ਇਸ ਵੇਲੇ ਪਬਲਿਕ ਹੋ ਚੁੱਕੇ ਆ। ਇਸੇ ਤਰ੍ਹਾਂ SGPC ਦੀ ਵੀ ਉਹਦੇ ਵਿੱਚ ਇਨਵੋਲਵਮੈਂਟ ਸੀ। ਸਾਰੇ ਜਿਹੜੇ ਸਟੇਕ ਹੋਲਡਰ ਸੀ ਪੰਜਾਬ ਦੇ, ਉਹਨਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਬਾਅਦ ਦੇ ਵਿੱਚ ਆਪਰੇਸ਼ਨ ਕੀਤਾ ਗਿਆ। ਔਰ ਇਸ ਤੋਂ ਉਪਰੰਤ ਇਹ ਆਪਰੇਸ਼ਨ ਦੀ ਜਿਹੜੀ ਐਗਜ਼ੀਕਿਊਸ਼ਨ ਸੀ ਉਹ ਬਹੁਤ ਮਾੜੀ ਹੋਈ ਹੈ, ਕਿਉਂਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਫੌਜ ਨੇ ਪੁਲਿਸ ਇੰਟੈਲੀਜੈਂਸ, CRP ਇੰਟੈਲੀਜੈਂਸ, BSF ਇੰਟੈਲੀਜੈਂਸ ਇਹਨਾਂ ਸਾਰਿਆਂ ਦੇ ਨਾਲ ਆਪਸ ਦੇ ਵਿੱਚ ਕੋਆਪਰੇਟ ਨਹੀਂ ਕੀਤਾ। ਤੋ ਇਹਦੇ ਕਰਕੇ ਉਹਨਾਂ ਨੂੰ ਰੀਅਲ ਸਟਰੈਂਥ ਆਫ ਟੈਰਰਿਸਟ ਦੀ ਜਿਹੜੀ ਐਕੂਰੇਟ ਅਸੈਸਮੈਂਟ ਨਹੀਂ ਕਰ ਪਾਏ ਤੇ ਉਹ ਇੱਕ ਓਵਰ ਐਸਟੀਮੇਟਡ ਜਾਂ ਰੋਂਗ ਅਸੈਸਮੈਂਟ ਦੇ ਅੰਡਰ ਉਹਨਾਂ ਨੇ ਆਪਣਾ ਗੋਲਡਨ ਟੈਂਪਲ ਕੰਪਲੈਕਸ ਨੂੰ ਘੇਰਿਆ ਤੇ ਉਹਦੇ ਤੇ ਅਟੈਕ ਕਰ ਦਿੱਤਾ। ਇੱਕ ਓਪੀਨੀਅਨ ਇਸ ਵੇਲੇ ਇਹ ਵੀ ਬਾਹਰ ਨਿਕਲ ਕੇ ਆਉਂਦੀ ਹੈ ਕਿ ਉਸ ਸਮੇਂ ਆਰਮੀ ਦਾ ਮੰਤਵ ਇਹੀ ਸੀਗਾ ਕਿ ਲੰਮਾ ਸਮਾਂ ਇਹਨੂੰ ਘੇਰਿਆ ਜਾਏਗਾ, ਪਾਣੀ ਬਿਜਲੀ ਕੱਟ ਦਿੱਤੀ ਜਾਊਗੀ ਤੇ ਖਾੜਕੂ ਬਾਹਰ ਆ ਜਾਣਗੇ। ਇਸ ਤਰ੍ਹਾਂ ਦੇ ਕਈ ਆਪਰੇਸ਼ਨ ਹੋਏ ਨੇ ਜਿਹਦੇ ਵਿੱਚ ਜਦੋਂ ਕਿਸੇ ਕਿਲੇ ਨੂੰ ਜਾਂ ਕਿਸੇ ਬਿਲਡਿੰਗ ਨੂੰ ਘੇਰ ਲਿਆ ਗਿਆ ਤੇ ਪਾਣੀ ਐਰਾ ਵਗੈਰਾ, ਪਾਣੀ ਸਾਰਾ ਕੁਝ ਬੰਦ ਕਰਤਾ ਗਿਆ। ਖਾਣਾ ਪੀਣਾ ਜਦੋਂ ਖਤਮ ਹੋਇਆ ਤਾਂ ਜੋ ਵੀ ਅੰਦਰ ਇਨਸਾਨ ਸਨ ਉਹ ਬਾਹਰ ਆ ਗਏ। ਪਰ ਆਮ ਤੌਰ ਦੇ ਉੱਤੇ ਉਹ ਘੇਰਾ 1 ਮਹੀਨੇ ਤੋਂ ਲੈ ਕੇ 5-6 ਮਹੀਨੇ ਤੱਕ ਰਿਹਾ। ਅਕਬਰ ਨੇ 6 ਮਹੀਨੇ ਇੱਕ ਰਾਜਪੂਤ ਸੀ ਉਹਨਾਂ ਨੂੰ ਘੇਰਿਆ ਸੀਗਾ ਤੇ ਉਹ 6 ਮਹੀਨੇ ਦੇ ਬਾਹਰ ਆ ਗਏ ਸੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ਕੇਸ ਹੈ। ਆਪਾਂ
बंदा बहादुर का केस भी लै सकते हैं, होर कई एग्जाम्पल्स आप इस तरह दियां विच कोट कर सकते हैं। तो एक बड़ा प्रश्न उठता है कि उस वेले फौज ने लंबे समय तक इनू घेरा पा के रख के खाड़कुआ नू बिना हरमंदर साहब ते अकाल तख्त साहब नू नुकसान पहुंचाया बाहर कढवाउण दी कार्रवाई क्यों नहीं की? इहदे पिछे दो काउंटर पॉइंट आंदे है कि सिख संगत सी जिहड़ी उस वेले उन्हां दियां भावनावां बहुत ज्यादा हर्ट हो चुकियां सी ते ओह एक लुधियाना दे कोल दसदे ने उत्थों दे उस वेले डिप्टी कमिश्नर ओझा साहब सीगे, दूजे अमृतसर दे पिंडां दे विच सिख संगत इकट्ठी होनी शुरू हो गई सी ते जे वो सारी सिख संगत गोल्डन टैंपल दे वाल तुर पैंदी तां फौज दे लई एक बहुत मुश्किल आ जानी सी। तो फौज इस कंपल्शन दे अंडर आ गई कि ये सारी जिहड़ी फौजी कार्रवाई है वो जल्दी तो जल्दी कंप्लीट की जाए, मता यह ना हो जाए कि सारे पंजाब दे सिख इकट्ठे होकर अमृतसर दे विच गोल्डन टैंपल नूं बचाउण आ जाए। उस स्थिति दे विच फौज कुछ नहीं सी कर सकती। इस तो भी वड्डी मात्रा दे विच लोकां दीयां हत्यावां होणीआं सीगीआं। तो इस करके फौज टैंकां नूं वाड़ना या होर तरह की जो उन्होंने मिलिटरी का साजो समान इस्तेमाल किया उस दी जस्टिफिकेशन दिंदी है। हुण इस तो बाद जदों अकाल तख्त साहब ढा दिता गया, सिख कम्यूनिटी दे जिहड़ियां फीलिंग्स सीगियां वो मतलब कि वो बड़े हर्ट होए, तो सरकार ने मल्लम लाउण दे काम दे लई बाबा बूटा सिंह जी दी बूटा सिंह जी नूं कहा गया कि तुसी बाबा संता सिंह जी दे नाल रल के एक अकाल तख्त साहब बनाओ। तो बूटा सिंह जी ने ते बाबा संता सिंह जी ने एक अकाल तख्त साहब बनाया जिन्हों सरकारी अकाल तख्त साहब के नाम के उत्ते सिख संगत ने कहा तो इनू एक्सैप्ट नहीं किया। बाद दे विच जिहड़ा सरकारी अकाल तख्त सीगा इनू जिहड़ा ढाउण दा काम सीगा बाबा ठाकर जी ने शुरू किया ते सिख संगत ने दोबारा अकाल तख्त साहब का निर्माण कर लिया। अकाल तख्त साहब की जिहड़ी बिल्डिंग ढाई पर अकाल तख्त साहब की महानता एज ए टैंपरल अथॉरिटी या वर्ल्डली अथॉरिटी या जो दी पॉलिटिकल या रिलीजियस इंपॉर्टेंस सी वो नहीं घटी। बिल्डिंग ढा दी गई, नवी बिल्डिंग दोबारा बन गई तो अकाल तख्त साहब वाली सिख कम्यूनिटी बहुत ज़्यादा सेंसिटिव हो गई। ये सारे ऑपरेशन के दौरान हरमंदर साहब के उत्ते भी गोलियां लगियां। इत्थे मैं ये गल जरूर दस देनी चाहना है कि हरमंदर साहब दे विच लगभग 1 लाख की संगत हर रोज आती है और सारिया कौमां दी जातां दी धर्मां दी संगत आती है। हरमंदर साहब एक स्पिरिचुअल अथॉरिटी है सारी मनुखता दी। तो इस करके जो ऑपरेशन ब्लू स्टार है इन्हें सारी मनुखता का कान किया ते सारी मनुखता दियां जो फीलिंग्स ने वो हर्ट की। हाँ साडे कोले जिहड़ा वोकल सैक्शन ऑफ सोसाइटी है उहदे विच वो खिता नहीं आउंदा जिहड़ा दूजे धर्मां नूं बिलोंग करदा है ते जिहदियां फीलिंग हरमंदर साहब दे टाइम दे नाल हर्ट होईयां। हरमंदर साहब एक इस दुनिया का सारी जिहड़ी साडी मानवता दे लई अध्यात्मिकता का एक बहुत बड़ा स्रोत है। तो इस करके जो असीं जून ऑपरेशन ब्लू स्टार या घल्लूकारी की गल करते हैं तो सानू इसनूं कला एक कम्यूनिटी के पक्ष तो नहीं लेना चाहिए। ये सारी मनुखता का कहान है। सारी मनुखता के अगे एक बड़ी घिनौनी एग्जाम्पल है जिथे उस ही देश की फौज जो है उस ही देश के धार्मिक स्थानों नूं ढाउण दा काम करदी है। ऑब्जेक्टिव उन्हां दा यह है कि उन्होंने 200-400 खाड़कू उस धार्मिक स्थान तो बाहर कढ़ने हैं। तो ये सारे ऑपरेशन दे विच पोलिटिकल मिसमैनेजमेंट है, इंटैलीजेंस मिसमैनेजमेंट, आर्मी ऑपरेशन मिसमैनेजमेंट, कई तरह दियां मिसमैनेजमेंट हो के एक बड़ा कॉम्प्लीकेटेड जिहड़ा ऑपरेशन हो गया। अदरवाइज ये बड़ा एक सिंपल ऑपरेशन सीगा। तो इन्हां शब्दां दे नाल ही मैं जिहड़ा ये सैशन खत्म करदा और